ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਗਣਿਤ ਸਿਖਾਉਣ ਦੇ ਤਰੀਕਿਆਂ ਯਾਨੀ ਕਿ ਮੈਥ ਪੈਡਾਗੋਜੀ ਤੇ ਗੱਲਬਾਤ ਕਰਾਂਗੇ। ਦੇਖੋ, ਸਾਡਾ ਮਕਸਦ ਸਿਰਫ ਇਹ ਜਾਣਨਾ ਨਹੀਂ ਕਿ ਕਿਹੜੇ-ਕਿਹੜੇ ਤਰੀਕੇ ਹੁੰਦੇ ਨੇ। ਅਸਲ ਮਕਸਦ ਹੈ ਇਹਨਾਂ ਪਿੱਛੇ ਛੁਪੇ ਕਿਉਂ ਨੂੰ ਸਮਝਣਾ, ਕਿਉਂਕਿ ਜਦੋਂ ਇਹ ਕਿਉਂ ਸਮਝ ਆ ਜਾਂਦਾ ਹੈ ਨਾ, ਤਾਂ ਐਗਜ਼ਾਮ ਵਿੱਚ ਸਹੀ ਜਵਾਬ ਰੱਟੇ ਨਾਲ ਨਹੀਂ, ਸਗੋਂ ਡੂੰਗੀ ਸਮਝ ਨਾਲ ਚੁਣਿਆ ਜਾਂਦਾ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ ਉਸ ਸਵਾਲ ਤੋਂ ਜਿਹੜਾ ਹਰ ਟੀਚਰ ਦੇ ਮਨ ਵਿੱਚ ਕਦੇ ਨਾ ਕਦੇ ਜ਼ਰੂਰ ਆਉਂਦਾ ਹੈ। ਕੀ ਕੋਈ ਇੱਕ ਐਸਾ ਜਾਦੂਈ ਤਰੀਕਾ ਹੈ, ਕੋਈ ਇੱਕ ਐਸੀ ਵਿਧੀ ਹੈ ਜੋ ਹਰ ਟੌਪਿਕ ਅਤੇ ਹਰ ਬੱਚੇ ਲਈ ਕੰਮ ਕਰ ਜਾਵੇ? ਇਹੀ ਸਵਾਲ ਸਾਨੂੰ ਅੱਜ ਦੀ ਚਰਚਾ ਦੇ ਬਿਲਕੁਲ ਕੇਂਦਰ ਵਿੱਚ ਲੈ ਕੇ ਆਉਂਦਾ ਹੈ। ਅਤੇ ਇਸ ਦਾ ਜਵਾਬ ਦੇਖੋ ਬਹੁਤ ਸਿੱਧਾ ਜਿਹਾ ਹੈ, ਨਹੀਂ। ਗਣਿਤ ਸਿਖਾਉਣ ਦਾ ਕੋਈ ਇੱਕੋ ਇੱਕ ਸਭ ਤੋਂ ਵਧੀਆ ਤਰੀਕਾ ਨਹੀਂ ਹੈ। ਸਭ ਤੋਂ ਵਧੀਆ ਢੰਗ ਹਮੇਸ਼ਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਪੜ੍ਹਾ ਕੀ ਰਹੇ ਹੋ ਅਤੇ ਸਿੱਖਣ ਵਾਲਿਆਂ ਦਾ ਪੱਧਰ ਕੀ ਹੈ। ਸਾਰੀ ਗੱਲ ਪ੍ਰਸੰਗ ਯਾਨੀ ਕਿ ਕੰਟੈਕਸਟ ਦੀ ਹੈ। ਤਾਂ ਆਪਣਾ ਸਫ਼ਰ ਅੱਜ ਇਸ ਤਰ੍ਹਾਂ ਦਾ ਰਹੇਗਾ। ਸਭ ਤੋਂ ਪਹਿਲਾਂ ਆਪਾਂ ਦੋ ਬੁਨਿਆਦੀ ਰਸਤਿਆਂ ਨੂੰ ਸਮਝਾਂਗੇ, ਫਿਰ ਸਮੱਸਿਆਵਾਂ ਨੂੰ ਤੋੜਨ ਤੇ ਜੁੜਨ ਦੀ ਕਲਾ ਸਿੱਖਾਂਗੇ। ਉਸ ਤੋਂ ਬਾਅਦ ਖੋਜ ਰਾਹੀਂ ਸਿੱਖਣ ਦੇ ਤਰੀਕਿਆਂ ਨੂੰ ਦੇਖਾਂਗੇ, ਹੱਥੀਂ ਕੰਮ ਆਉਣ ਵਾਲੇ ਔਜ਼ਾਰਾਂ ਤੇ ਨਜ਼ਰ ਮਾਰਾਂਗੇ ਅਤੇ ਅਖੀਰ ਵਿੱਚ ਐਗਜ਼ਾਮ ਦੇ ਸਵਾਲਾਂ ਨੂੰ ਹੱਲ ਕਰਨ ਦੇ ਕੁਝ ਗੁਰ ਸਿੱਖਾਂਗੇ। ਸੋ ਆਪਣੀ ਗੱਲਬਾਤ ਦਾ ਪਹਿਲਾ ਪੜਾਅ ਗਣਿਤ ਸਿਖਾਉਣ ਦੀਆਂ ਦੋ ਸਭ ਤੋਂ ਬੁਨਿਆਦੀ ਅਤੇ ਇੱਕ ਦੂਜੇ ਤੋਂ ਬਿਲਕੁਲ ਉਲਟ ਵਿਚਾਰਧਾਰਾਵਾਂ ਬਾਰੇ ਹੈ। ਸਵਾਲ ਬਸ ਇੰਨਾ ਹੈ ਕਿ ਪਹਿਲਾਂ ਬੱਚਿਆਂ ਨੂੰ ਉਦਾਹਰਣਾਂ ਦੇ ਕੇ ਨਿਯਮ ਤੱਕ ਪਹੁੰਚਾਇਆ ਜਾਵੇ ਜਾਂ ਪਹਿਲਾਂ ਨਿਯਮ ਦੱਸ ਕੇ ਫਿਰ ਉਦਾਹਰਣਾਂ ਦਿੱਤੀਆਂ ਜਾਣ। ਇਹੀ ਦੋ ਰਸਤੇ ਨੇ। ਇਹ ਦੋ ਰਸਤੇ ਨੇ। ਪਹਿਲਾ ਆਗਮਨ ਵਿਧੀ, ਜਿਸ ਨੂੰ ਇੰਗਲਿਸ਼ ਵਿੱਚ ਆਪਾਂ ਕਹਿੰਦੇ ਆ ਇੰਡਕਟਿਵ ਮੈਥਡ। ਇੱਥੇ ਸਫ਼ਰ ਉਦਾਹਰਣ ਤੋਂ ਸ਼ੁਰੂ ਹੋ ਕੇ ਨਿਯਮ ਤੱਕ ਜਾਂਦਾ ਹੈ। ਤੇ ਦੂਜਾ ਹੈ ਨਿਗਮਨ ਵਿਧੀ ਯਾਨੀ ਕਿ ਡਿਡਕਟਿਵ ਮੈਥਡ, ਜਿੱਥੇ ਸਫ਼ਰ ਨਿਯਮ ਤੋਂ ਸ਼ੁਰੂ ਹੋ ਕੇ ਉਦਾਹਰਣ ਵੱਲ ਜਾਂਦਾ ਹੈ। ਚਲੋ ਇਹਨਾਂ ਦੋਵਾਂ ਨੂੰ ਥੋੜਾ ਡੂੰਘਾਈ ਨਾਲ ਸਮਝਦੇ ਹਾਂ। ਵਿਦਿਆਰਥੀਓ, ਜੇਕਰ ਤੁਹਾਨੂੰ ਸਾਡੀਆਂ ਇਹ ਕਲਾਸਾਂ ਪਸੰਦ ਆ ਰਹੀਆਂ ਹਨ ਤਾਂ ਯਕੀਨ ਮੰਨੋ ਤੁਹਾਨੂੰ ਸਾਡੀ ਮੌਕ ਟੈਸਟ ਸੀਰੀਜ਼ ਵੀ ਬਹੁਤ ਪਸੰਦ ਆਵੇਗੀ। ਇਸ ਦੇ ਕੁਝ ਸੈਂਪਲ ਦੇਖਣ ਲਈ ਸਾਡੇ ਟੈਲੀਗ੍ਰਾਮ ਚੈਨਲ ਤੇ ਜਾਓ, ਜਿਸ ਦਾ ਲਿੰਕ ਤੁਹਾਨੂੰ ਹੇਠਾਂ ਡਿਸਕ੍ਰਿਪਸ਼ਨ ਅਤੇ ਪਿਨ ਕੀਤੇ ਕਮੈਂਟ ਸੈਕਸ਼ਨ ਵਿੱਚ ਮਿਲ ਜਾਵੇਗਾ। ਤਾਂ ਪਹਿਲਾਂ ਗੱਲ ਕਰਦੇ ਹਾਂ ਆਗਮਨ ਵਿਧੀ ਦੀ। ਸੋਚ ਕੇ ਦੇਖੋ, ਬੱਚੇ ਨੂੰ ਸਿੱਧਾ ਫਾਰਮੂਲਾ ਨਹੀਂ ਦਿੱਤਾ ਜਾਂਦਾ, ਸਗੋਂ ਉਹਨੂੰ ਕਈ ਉਦਾਹਰਣਾਂ ਦੇ ਰਸਤੇ ਤੇ ਤੋਰਿਆ ਜਾਂਦਾ ਹੈ ਤਾਂ ਜੋ ਉਹ ਖੁਦ ਖੋਜੀ ਵਾਂਗ ਪੈਟਰਨ ਨੂੰ ਪਛਾਣੇ ਅਤੇ ਫਾਰਮੂਲੇ ਤੱਕ ਪਹੁੰਚੇ। ਇਹ ਜਿਹੜੀ ਖੋਜ ਦੀ ਭਾਵਨਾ ਹੈ ਨਾ, ਇਹੀ ਇਸ ਵਿਧੀ ਨੂੰ ਛੋਟੇ ਬੱਚਿਆਂ ਯਾਨੀ ਪ੍ਰਾਇਮਰੀ ਲੈਵਲ ਲਈ ਸਭ ਤੋਂ ਵਧੀਆ ਬਣਾਉਂਦੀ ਹੈ। ਹੁਣ ਇਸ ਵਿਧੀ ਦੇ ਤਿੰਨ ਮੁੱਖ ਸਿੱਖਿਆ ਸਿਧਾਂਤ ਨੇ, ਜਿਨ੍ਹਾਂ ਨੂੰ ਟੀਚਿੰਗ ਮੈਕਸਿਮਸ ਕਿਹਾ ਜਾਂਦਾ ਹੈ, ਤੇ ਇਹ ਸਿੱਧੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ। ਪਹਿਲਾ, ਵਿਸ਼ੇਸ਼ ਤੋਂ ਸਧਾਰਨ ਵੱਲ ਯਾਨੀ ਕਿ ਸਪੈਸਿਫਿਕ ਟੂ ਜਨਰਲ, ਮਤਲਬ ਕਈ ਖਾਸ ਉਦਾਹਰਣੋਂ ਤੋਂ ਇੱਕ ਆਮ ਨਿਯਮ ਬਣਾਉਣਾ। ਦੂਜਾ, ਗਿਆਤ ਤੋਂ ਅਗਿਆਤ ਵੱਲ ਯਾਨੀ ਨੋਨ ਟੂ ਅਨਨੋਨ, ਜੋ ਬੱਚਾ ਪਹਿਲੇ ਤੋਂ ਜਾਣਦਾ ਹੈ ਉਸ ਨੂੰ ਆਧਾਰ ਬਣਾ ਕੇ ਨਵੀਂ ਚੀਜ਼ ਸਿਖਾਉਣੀ। ਅਤੇ ਤੀਜਾ, ਮੂਰਤ ਤੋਂ ਅਮੂਰਤ ਵੱਲ ਯਾਨੀ ਕੰਕਰੀਟ ਟੂ ਐਬਸਟ੍ਰੈਕਟ, ਠੋਸ ਛੂਹਣ ਵਾਲੀਆਂ ਚੀਜ਼ਾਂ ਤੋਂ ਸ਼ੁਰੂ ਕਰਕੇ ਫਾਰਮੂਲੇ ਵਰਗੇ ਸੰਕਲਪਾਂ ਤੱਕ ਪਹੁੰਚਣਾ। ਹੁਣ ਆਉਂਦੇ ਹਾਂ ਇਸ ਦੇ ਬਿਲਕੁਲ ਉਲਟ ਢੰਗ ਤੇ, ਨਿਗਮਨ ਵਿਧੀ ਯਾਨੀ ਕਿ ਡਿਡਕਟਿਵ ਮੈਥਡ। ਇਹ ਵਿਧੀ ਵੱਡੀਆਂ ਜਮਾਤਾਂ ਲਈ ਜ਼ਿਆਦਾ ਢੁਕਵੀਂ ਹੈ। ਇੱਥੇ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਉਲਟੀ ਹੈ। ਪਹਿਲਾਂ ਨਿਯਮ ਜਾਂ ਫਾਰਮੂਲਾ ਦੱਸਿਆ ਜਾਂਦਾ ਹੈ ਅਤੇ ਫਿਰ ਉਸ ਨਿਯਮ ਦੀ ਵਰਤੋਂ ਕਰਕੇ ਖਾਸ ਸਮੱਸਿਆਵਾਂ ਨੂੰ ਹੱਲ ਕੀਤਾ ਜਾਂਦਾ ਹੈ। ਤੇ ਫਿਰ ਇਸ ਦੇ ਸਿੱਖਿਆ ਸਿਧਾਂਤ ਵੀ ਆਗਮਨ ਵਿਧੀ ਦੇ ਬਿਲਕੁਲ ਉਲਟ ਕੰਮ ਕਰਦੇ ਨੇ। ਇੱਥੇ ਆਪਾਂ ਸਧਾਰਨ ਤੋਂ ਵਿਸ਼ੇਸ਼ ਵੱਲ ਯਾਨੀ ਜਨਰਲ ਟੂ ਸਪੈਸਿਫਿਕ ਜਾਂਦੇ ਹਾਂ, ਫਿਰ ਅਗਿਆਤ ਤੋਂ ਗਿਆਤ ਵੱਲ ਯਾਨੀ ਅਨਨੋਨ ਟੂ ਨੋਨ ਅਤੇ ਅਮੂਰਤ ਤੋਂ ਮੂਰਤ ਵੱਲ ਯਾਨੀ ਐਬਸਟ੍ਰੈਕਟ ਟੂ ਕੰਕਰੀਟ ਦੇ ਸਿਧਾਂਤ ਤੇ ਚੱਲਦੇ ਹਾਂ। ਤਾਂ ਫਿਰ ਸਵਾਲ ਉੱਠਦਾ ਹੈ, ਦੋਵਾਂ ਚੋਂ ਕਿਹੜੀ ਵਧੀਆ ਹੈ? ਦੇਖੋ, ਆਗਮਨ ਵਿਧੀ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਸ ਨਾਲ ਸਿੱਖਿਆ ਗਿਆਨ ਪੱਕਾ ਹੁੰਦਾ ਹੈ ਤੇ ਰੱਟਾ ਖਤਮ ਹੁੰਦਾ ਹੈ, ਪਰ ਇਸ 'ਚ ਸਮਾਂ ਬਹੁਤ ਲੱਗਦਾ ਹੈ। ਦੂਜੇ ਪਾਸੇ ਨਿਗਮਨ ਵਿਧੀ ਨਾਲ ਸਮਾਂ ਬਚਦਾ ਹੈ ਤੇ ਸਿਲੇਬਸ ਜਲਦੀ ਪੂਰਾ ਹੁੰਦਾ ਹੈ, ਪਰ ਇਹ ਰੱਟੇ ਨੂੰ ਵਧਾਵਾ ਦੇ ਸਕਦੀ ਹੈ। ਇਸ ਲਈ ਅਸਲੀ ਹੁਨਰ ਦੋਵਾਂ ਦੇ ਸੁਮੇਲ ਵਿੱਚ ਹੈ। ਕਿਸੇ ਵੀ ਨਵੇਂ ਕਨਸੈਪਟ ਨੂੰ ਸਿਖਾਉਣ ਲਈ ਆਗਮਨ ਵਿਧੀ ਦੀ ਵਰਤੋਂ ਕਰੋ ਅਤੇ ਫਿਰ ਉਸ ਕਨਸੈਪਟ ਦੀ ਪ੍ਰੈਕਟਿਸ ਕਰਨ ਲਈ ਨਿਗਮਨ ਵਿਧੀ ਦੀ। ਅੱਛਾ, ਨਿਯਮ ਬਣਾਉਣੇ ਤੇ ਲਾਗੂ ਕਰਨੇ ਤਾਂ ਆਪਾਂ ਸਿੱਖ ਲਏ, ਪਰ ਹੁਣ ਗੱਲ ਕਰਦੇ ਹਾਂ ਉਹਨਾਂ ਔਜ਼ਾਰਾਂ ਦੀ ਜੋ ਗੁੰਝਲਦਾਰ ਸਮੱਸਿਆਵਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਤੋੜਨ ਅਤੇ ਫਿਰ ਦੁਬਾਰਾ ਜੋੜਨ ਵਿੱਚ ਮਦਦ ਕਰਦੇ ਨੇ, ਖਾਸ ਕਰਕੇ ਜਿਓਮੈਟਰੀ ਵਰਗੇ ਵਿਸ਼ਿਆਂ ਵਿੱਚ। ਇਹ ਦੋ ਵਿਧੀਆਂ ਨੇ, ਵਿਸ਼ਲੇਸ਼ਣ ਵਿਧੀ ਯਾਨੀ ਕਿ ਐਨਾਲਿਸਿਸ ਮੈਥਡ, ਜਿਸ ਦਾ ਮਤਲਬ ਹੈ ਕਿਸੇ ਚੀਜ਼ ਨੂੰ ਤੋੜਨਾ ਜਾਂ ਖੋਲ੍ਹਣਾ, ਅਤੇ ਦੂਜੀ ਹੈ ਸੰਸ਼ਲੇਸ਼ਣ ਵਿਧੀ ਯਾਨੀ ਸਿੰਥੇਸਿਸ ਮੈਥਡ, ਜਿਸ ਦਾ ਮਤਲਬ ਹੈ ਜੋੜਨਾ। ਇਹ ਦੋਵੇਂ ਇੱਕ ਦੂਜੇ ਦੇ ਉਲਟ ਨੇ, ਪਰ ਇੱਕ ਦੂਜੇ ਤੋਂ ਬਿਨਾਂ ਅਧੂਰੀਆਂ ਵੀ ਨੇ। ਆਓ ਦੇਖੀਏ ਕਿਵੇਂ। ਵਿਸ਼ਲੇਸ਼ਣ ਵਿਧੀ, ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਹੈ, ਇੱਕ ਸਮੱਸਿਆ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡ ਦਿੰਦੀ ਹੈ।
ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦਾ ਸਫ਼ਰ ਅਗਿਆਤ ਤੋਂ ਗਿਆਤ ਵੱਲ ਯਾਨੀ ਅਨਨੋਨ ਟੂ ਨੋਨ ਵੱਲ ਹੁੰਦਾ ਹੈ। ਮਤਲਬ ਜੋ ਸਿੱਧ ਕਰਨਾ ਹੈ ਉੱਥੋਂ ਸ਼ੁਰੂ ਕਰਕੇ ਉਸ ਤੱਕ ਪਹੁੰਚਣਾ ਜੋ ਸਾਨੂੰ ਦਿੱਤਾ ਗਿਆ ਹੈ। ਜਿਓਮੈਟਰੀ ਵਿੱਚ ਥਿਓਰਮਸ ਨੂੰ ਪ੍ਰੂਵ ਕਰਨ ਲਈ ਇਹ ਸਭ ਤੋਂ ਵਧੀਆ ਢੰਗ ਹੈ। ਇਸ ਦੇ ਬਿਲਕੁਲ ਉਲਟ ਹੈ ਸੰਸ਼ਲੇਸ਼ਣ ਵਿਧੀ। ਇਹ ਗਿਆਤ ਤੋਂ ਅਗਿਆਤ ਵੱਲ ਯਾਨੀ ਨੋਨ ਟੂ ਅਨਨੋਨ ਵੱਲ ਵੱਧਦੀ ਹੈ। ਜੋ ਕੁਝ ਪਤਾ ਹੈ ਉਸ ਨੂੰ ਜੋੜ ਕੇ ਅਣਜਾਣ ਸਿੱਟੇ ਤੇ ਪਹੁੰਚਣਾ। ਪਰ ਇਹਦੀ ਇੱਕ ਬਹੁਤ ਵੱਡੀ ਕਮੀ ਹੈ, ਕਿਉਂਕਿ ਇਹ ਸਿਰਫ ਜਾਣੇ ਪਹਿਚਾਣੇ ਕਦਮਾਂ ਨੂੰ ਜੋੜਦੀ ਹੈ। ਇਹ ਕਦੇ ਵੀ ਇਹ ਨਹੀਂ ਦੱਸਦੀ ਕਿ ਕੋਈ ਖਾਸ ਕਦਮ ਚੁੱਕਿਆ ਹੀ ਕਿਉਂ ਗਿਆ। ਇਸ ਨਾਲ ਸਿੱਖਣ ਦੀ ਪ੍ਰਕਿਰਿਆ ਬਿਨਾਂ ਤਰਕ ਦੇ ਰੱਟੇ ਵਾਲੇ ਕਦਮਾਂ ਦੀ ਇੱਕ ਲੜੀ ਬਣ ਕੇ ਰਹਿ ਜਾਂਦੀ ਹੈ। ਹੁਣ ਤੱਕ ਜਿੰਨੀਆਂ ਵੀ ਵਿਧੀਆਂ ਦੀ ਆਪਾਂ ਗੱਲ ਕੀਤੀ, ਉਹਨਾਂ ਵਿੱਚ ਕਿਤੇ ਨਾ ਕਿਤੇ ਟੀਚਰ ਦਾ ਰੋਲ ਜ਼ਿਆਦਾ ਸੀ। ਹੁਣ ਆਪਾਂ ਫੋਕਸ ਬਦਲਦੇ ਹਾਂ ਤੇ ਉਹਨਾਂ ਤਰੀਕਿਆਂ ਤੇ ਆਉਂਦੇ ਹਾਂ ਜੋ ਵਿਦਿਆਰਥੀ ਨੂੰ ਸਿੱਖਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਰੱਖਦੇ ਨੇ, ਜਿੱਥੇ ਉਹ ਖੁਦ ਕਰਕੇ ਅਤੇ ਖੋਜ ਕਰਕੇ ਸਿੱਖਦੇ ਹਨ। ਇਸ ਕੈਟੇਗਰੀ ਵਿੱਚ ਸਭ ਤੋਂ ਮਹੱਤਵਪੂਰਨ ਹੈ ਸਮੱਸਿਆ ਸਮਾਧਾਨ ਵਿਧੀ, ਜਿਸ ਨੂੰ ਆਪਾਂ ਪ੍ਰੋਬਲਮ ਸੋਲਵਿੰਗ ਮੈਥਡ ਕਹਿੰਦੇ ਹਾਂ। ਇਹ ਕਰਕੇ ਸਿੱਖਣ ਯਾਨੀ ਕਿ ਲਰਨਿੰਗ ਬਾਈ ਡੂਇੰਗ ਦੇ ਸਿਧਾਂਤ ਤੇ ਆਧਾਰਿਤ ਹੈ। ਇੱਥੇ ਬੱਚੇ ਨੂੰ ਇੱਕ ਚੁਣੌਤੀ ਦਿੱਤੀ ਜਾਂਦੀ ਹੈ ਅਤੇ ਉਹ ਇਸ ਨੂੰ ਹੱਲ ਕਰਨ ਲਈ ਖੁਦ ਕੰਮ ਕਰਦਾ ਹੈ। ਅਤੇ ਜਦੋਂ ਵੀ ਪ੍ਰੋਬਲਮ ਸੋਲਵਿੰਗ ਦੀ ਗੱਲ ਹੁੰਦੀ ਹੈ, ਜਾਰਜ ਪੋਲੀਆ ਦੇ ਇਹ 4 ਕਦਮ ਸਭ ਤੋਂ ਵੱਧ ਮਹੱਤਵਪੂਰਨ ਨੇ। ਐਗਜ਼ਾਮ ਵਿੱਚ ਇਹਨਾਂ ਦਾ ਕ੍ਰਮ ਯਾਨੀ ਸੀਕੁਐਂਸ ਅਕਸਰ ਪੁੱਛਿਆ ਜਾਂਦਾ ਹੈ। ਪਹਿਲਾ ਕਦਮ ਸਮੱਸਿਆ ਨੂੰ ਸਮਝੋ, ਦੂਜਾ ਇੱਕ ਪਲਾਨ ਬਣਾਓ, ਤੀਜਾ ਉਸ ਪਲਾਨ ਨੂੰ ਲਾਗੂ ਕਰੋ ਅਤੇ ਇੱਕ ਚੌਥਾ ਕਦਮ ਜੋ ਸਭ ਤੋਂ ਜ਼ਰੂਰੀ ਹੈ ਪਿੱਛੇ ਮੁੜ ਕੇ ਦੇਖਣਾ ਯਾਨੀ ਕਿ ਰਿਵਿਊ ਕਰਨਾ। ਇਹੀ ਚੌਥਾ ਕਦਮ ਅਸਲ ਸਿੱਖਣ ਨੂੰ ਯਕੀਨੀ ਬਣਾਉਂਦਾ ਹੈ। 2 ਹੋਰ ਮਹੱਤਵਪੂਰਨ ਵਿਧੀਆਂ ਨੇ। ਪਹਿਲੀ ਹੈ ਪ੍ਰੋਜੈਕਟ ਵਿਧੀ ਯਾਨੀ ਪ੍ਰੋਜੈਕਟ ਮੈਥਡ, ਜਿਸ ਦੇ ਸੰਸਥਾਪਕ ਕਿਲਪੈਟ੍ਰਿਕ ਸਨ। ਇਸ ਦੀ ਸਭ ਤੋਂ ਵੱਡੀ ਪਹਿਚਾਣ ਗਣਿਤ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜਨਾ ਹੈ, ਜਿਵੇਂ ਘਰ ਦਾ ਬਜਟ ਬਣਾਉਣਾ। ਦੂਜੀ ਹੈ ਹਿਊਰਿਸਟਿਕ ਵਿਧੀ ਯਾਨੀ ਹਿਊਰਿਸਟਿਕ ਮੈਥਡ, ਜਿਸ ਦੇ ਸੰਸਥਾਪਕ H.E. ਆਰਮਸਟ੍ਰੌਂਗ ਸਨ। ਹਿਊਰਿਸਟਿਕ ਸ਼ਬਦ ਹਿਊਰਿਸਕੋ ਤੋਂ ਆਇਆ ਹੈ, ਜਿਸ ਦਾ ਮਤਲਬ ਹੈ ਮੈਂ ਖੋਜਦਾ ਹਾਂ। ਇਸ ਵਿੱਚ ਬੱਚਾ ਇੱਕ ਖੋਜੀ ਹੈ ਤੇ ਟੀਚਰ ਸਿਰਫ ਇੱਕ ਗਾਈਡ। ਤਰੀਕਿਆਂ ਦੀ ਗੱਲ ਤਾਂ ਹੋ ਗਈ, ਪਰ ਇਹਨਾਂ ਤਰੀਕਿਆਂ ਨੂੰ ਜ਼ਮੀਨ ਤੇ ਉਤਾਰਨ ਲਈ ਸਾਨੂੰ ਕੁਝ ਔਜ਼ਾਰ ਵੀ ਚਾਹੀਦੇ ਨੇ, ਜੋ ਗਣਿਤ ਦੇ ਔਖੇ ਸੰਕਲਪਾਂ ਨੂੰ ਠੋਸ ਅਤੇ ਸਮਝਣਯੋਗ ਬਣਾਉਣ। ਇਹਨਾਂ ਔਜ਼ਾਰਾਂ ਨੂੰ ਕਿਹਾ ਜਾਂਦਾ ਹੈ ਸਿੱਖਿਆ ਸਿੱਖਣ ਸਮੱਗਰੀ ਯਾਨੀ ਟੀਚਿੰਗ ਲਰਨਿੰਗ ਮਟੀਰੀਅਲਸ ਜਾਂ ਸ਼ਾਰਟ ਵਿੱਚ TLMs। ਆਓ ਕੁਝ ਜ਼ਰੂਰੀ TLMs ਤੇ ਝਾਤ ਮਾਰੀਏ। ਅਬੈਕਸ ਯਾਨੀ ਗਣਤਾਰਾ ਪਲੇਸ ਵੈਲਿਊ ਸਿਖਾਉਣ ਲਈ ਬਹੁਤ ਵਧੀਆ ਹੈ। ਜੀਓਬੋਰਡ ਤੇ ਰਬੜ ਬੈਂਡ ਦੀ ਵਰਤੋਂ ਕਰਕੇ 2D ਆਕਾਰ ਸਮਝਾਏ ਜਾਂਦੇ ਹਨ। ਟੈਨਗ੍ਰਾਮ ਇੱਕ 7 ਟੁਕੜਿਆਂ ਵਾਲੀ ਚੀਨੀ ਬੁਝਾਰਤ ਸਪੇਸ਼ਲ ਅੰਡਰਸਟੈਂਡਿੰਗ ਨੂੰ ਵਿਕਸਿਤ ਕਰਦੀ ਹੈ। ਗ੍ਰਾਫ ਪੇਪਰ ਦਸ਼ਮਲਵ ਗੁਣਾ ਵਰਗੇ ਸੰਕਲਪਾਂ ਨੂੰ ਦ੍ਰਿਸ਼ਯਮਾਨ ਬਣਾਉਂਦਾ ਹੈ। ਟਾਈਲਿੰਗ ਦੱਸਦੀ ਹੈ ਕਿ ਆਕਾਰ ਬਿਨਾਂ ਖਾਲੀ ਥਾਂ ਦੇ ਕਿਵੇਂ ਫਿੱਟ ਹੁੰਦੇ ਹਨ ਅਤੇ ਡਾਈਸ ਬਲੌਕਸ ਸਥਾਨਿਕ ਮੁੱਲ ਲਈ ਇੱਕ 3D ਔਜ਼ਾਰ ਹੈ। ਹੁਣ ਇੱਕ ਗੱਲ ਤੇ ਖਾਸ ਧਿਆਨ ਦੇਣਾ ਹੈ, ਜਿਸ ਤੇ ਐਗਜ਼ਾਮ 'ਚ ਸਵਾਲ ਬਣਦਾ ਹੀ ਬਣਦਾ ਹੈ। ਯਾਦ ਰੱਖਣਾ, ਜੀਓਬੋਰਡ ਸਿਰਫ ਅਤੇ ਸਿਰਫ 2D ਆਕਾਰਾਂ ਜਿਵੇਂ ਕਿ ਵਰਗ, ਆਇਤ ਤੇ ਤਿਕੋਣ ਲਈ ਹੁੰਦਾ ਹੈ। ਇਸ ਨਾਲ ਤੁਸੀਂ ਕਦੇ ਵੀ ਘਣ ਜਾਂ ਸਿਲੰਡਰ ਵਰਗੇ 3D ਆਕਾਰ ਨਹੀਂ ਸਿਖਾ ਸਕਦੇ। ਇਹ ਗੱਲ ਬਹੁਤ ਜ਼ਰੂਰੀ ਹੈ। ਆਓ ਇੱਕ ਛੋਟਾ ਜਿਹਾ ਸਵਾਲ ਪੁੱਛਦੇ ਹਾਂ। ਗ੍ਰਾਫ ਪੇਪਰ ਦੀ ਇੱਕ ਬਹੁਤ ਸ਼ਕਤੀਸ਼ਾਲੀ ਵਰਤੋਂ ਹੈ, ਜਿਸ ਬਾਰੇ ਆਮ ਤੌਰ ਤੇ ਸੋਚਿਆ ਨਹੀਂ ਜਾਂਦਾ। ਇਹ ਦਸ਼ਮਲਵਾਂ ਦੀ ਗੁਣਾ ਯਾਨੀ ਡੈਸੀਮਲ ਮਲਟੀਪਲੀਕੇਸ਼ਨ ਜੇ ਵਰਗੇ ਔਖੇ ਸੰਕਲਪ ਨੂੰ ਠੋਸ ਬਣਾ ਸਕਦਾ ਹੈ। ਇੱਕ 10 ਗੁਣਾ 10 ਦੇ ਗ੍ਰਾਫ ਤੇ ਤੁਸੀਂ ਬੱਚੇ ਨੂੰ ਸਿਰਫ 10 ਨਹੀਂ ਰਹੇ, ਸਗੋਂ ਦਿਖਾ ਰਹੇ ਹੋ ਕਿ 0.2 ਨੂੰ 0.3 ਨਾਲ ਗੁਣਾ ਕਰਨ ਤੇ ਜਵਾਬ 0.06 ਕਿਉਂ ਆਂਦਾ ਹੈ, 0.6 ਕਿਉਂ ਨਹੀਂ। ਚਲੋ, ਸਾਰੀ ਥਿਊਰੀ ਤਾਂ ਸਮਝ ਲਈ, ਸਾਰੇ ਤਰੀਕੇ ਤੇ ਔਜ਼ਾਰ ਵੀ ਦੇਖ ਲਏ, ਪਰ ਹੁਣ ਅਸਲੀ ਸਵਾਲ ਇਹ ਹੈ ਕਿ ਇਸ ਸਭ ਨੂੰ ਐਗਜ਼ਾਮ ਦੇ MCQs ਵਿੱਚ ਸਹੀ ਜਵਾਬ ਚੁਣਨ ਲਈ ਕਿਵੇਂ ਵਰਤਣਾ ਹੈ। ਤਾਂ ਨੁਕਤਾ ਇਹ ਹੈ ਕਿ ਜਦੋਂ ਤੁਸੀਂ ਆਪਸ਼ਨਸ ਪੜ੍ਹਦੇ ਹੋ ਤਾਂ ਕੁਝ ਖਾਸ ਸ਼ਬਦਾਂ ਵੱਲ ਧਿਆਨ ਦਿਓ। ਸਕਾਰਾਤਮਕ ਸ਼ਬਦ ਜਿਵੇਂ ਕਰਕੇ ਸਿੱਖਣਾ, ਅਸਲ ਜੀਵਨ ਨਾਲ ਜੋੜਨਾ, ਖੋਜ, ਇਹ ਆਮ ਤੌਰ ਤੇ ਸਹੀ ਜਵਾਬ ਵੱਲ ਇਸ਼ਾਰਾ ਕਰਦੇ ਨੇ। ਦੂਜੇ ਪਾਸੇ ਨਕਾਰਾਤਮਕ ਸ਼ਬਦ ਜਿਵੇਂ ਰੱਟਾ ਲਾਉਣਾ, ਸਿਰਫ ਫਾਰਮੂਲੇ ਵਰਤਣਾ ਤੇ ਬੱਚਿਆਂ ਦਾ ਵਰਗੀਕਰਨ, ਇਹਨਾਂ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ। ਇੱਥੇ ਡਰਿਲ ਨੂੰ ਨਕਾਰਾਤਮਕ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ NCF ਮੁਤਾਬਿਕ ਇਹ ਬਿਨਾਂ ਸਮਝੇ ਸਿਰਫ ਦੁਹਰਾ ਤੇ ਜ਼ੋਰ ਦਿੰਦਾ ਹੈ। ਇਸ ਸਾਰੇ ਗੱਲਬਾਤ ਦੇ ਅੰਤ ਵਿੱਚ ਇੱਕ ਗੱਲ ਤੇ ਗੌਰ ਕਰਨਾ ਬਣਦਾ ਹੈ। ਜੋ ਕੁਝ ਵੀ ਅੱਜ ਆਪਾਂ ਸਿੱਖਿਆ ਹੈ, ਇਹ ਸਿਰਫ ਸਿਧਾਂਤ ਨਹੀਂ ਹੈ। ਸੱਚ ਤਾਂ ਇਹ ਹੈ ਕਿ ਤੁਹਾਡੀ ਪ੍ਰੀਖਿਆ ਵਿੱਚ ਸਫਲਤਾ ਦਾ ਰਸਤਾ ਇਨ੍ਹਾਂ ਸੰਕਲਪਾਂ ਦੀ ਡੂੰਘੀ ਸਮਝ ਵਿੱਚ ਹੀ ਛੁਪਿਆ ਹੋਇਆ ਹੈ। ਅਤੇ ਅੰਤ ਵਿੱਚ ਆਓ ਸਾਰੇ ਪਾਠ ਨੂੰ ਇੱਕ ਯਾਦਗਾਰੀ ਵਿਚਾਰ ਨਾਲ ਜੋੜੀਏ।
ਯਾਦ ਨੇ ਜਾਰਜ ਪੋਲੀਆ ਦੇ ਸਮੱਸਿਆ ਸਮਾਧਾਨ ਦੇ 4 ਕਦਮ? ਕੀ ਹੋਵੇ ਜੇ ਇਹਨਾਂ ਕਦਮਾਂ ਨੂੰ ਸਿਰਫ ਗਣਿਤ ਦੇ ਸਵਾਲਾਂ ਲਈ ਹੀ ਨਹੀਂ, ਸਗੋਂ ਪ੍ਰੀਖਿਆ ਦੀ ਤਿਆਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੀ ਵਰਤਿਆ ਜਾਵੇ? ਕਦਮ 1, ਸਿਲੇਬਸ ਨੂੰ ਚੰਗੀ ਤਰ੍ਹਾਂ ਸਮਝਣਾ। ਕਦਮ 2, ਇੱਕ ਠੋਸ ਸਟੱਡੀ ਪਲਾਨ ਬਣਾਉਣਾ। ਕਦਮ 3, ਉਸ ਪਲਾਨ ਤੇ ਪੂਰੀ ਇਮਾਨਦਾਰੀ ਨਾਲ ਅਮਲ ਕਰਨਾ। ਅਤੇ ਕਦਮ 4, ਮੌਕ ਟੈਸਟਾਂ ਰਾਹੀਂ ਆਪਣੀ ਤਿਆਰੀ ਦੀ ਸਮੀਖਿਆ ਕਰਨਾ। ਸ਼ਾਇਦ ਸਫਲਤਾ ਦਾ ਫਾਰਮੂਲਾ ਇਸੇ ਗਣਿਤਿਕ ਵਿਧੀ ਵਿੱਚ ਹੀ ਛੁਪਿਆ ਹੋਇਆ ਹੈ।